ਅੱਜ ਅਸੀਂ ਪੌਦਿਆਂ ਦੇ ਵੱਖ-ਵੱਖ ਵਰਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਜੀਵਨ ਬਹੁਤ ਸਧਾਰਨ ਹੁੰਦਾ ਸੀ। ਪੁਰਾਤਨ ਵਿਗਿਆਨੀਆਂ ਨੇ ਸਜੀਵ ਇਕਾਈਆਂ ਨੂੰ ਜਾਨਵਰਾਂ ਅਤੇ ਪੌਦਿਆਂ ਵਿੱਚ ਵੰਡਿਆ ਸੀ। ਜਾਨਵਰ ਗਤੀਸ਼ੀਲ ਯਾਨੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਣ ਵਾਲੇ ਹੁੰਦੇ ਹਨ। ਉਹਨਾਂ ਵਿੱਚ ਨਾੜੀ ਪ੍ਰਣਾਲੀ ਹੁੰਦੀ ਹੈ ਅਤੇ ਉਹਨਾਂ ਦਾ ਆਹਾਰ ਵੀ ਵੱਖਰਾ ਵੱਖਰਾ ਸੀ। ਇਸ ਦੇ ਉਲਟ ਸਾਰੇ ਪੌਦੇ ਪ੍ਰਕਾਸ਼ ਸੰਸਲੇਸ਼ਨ ਨਾਲ ਆਪਣਾ ਭੋਜਨ ਤਿਆਰ ਕਰਦੇ ਹਨ। ਕਾਰਬਨ ਡਾਈਆਕਸਾਈਡ ਨੂੰ ਜਜ਼ਬ ਕਰਦੇ ਹਨ ਅਤੇ ਆਕਸੀਜਨ ਛੱਡਦੇ ਹਨ। ਪੌਦਿਆਂ ਵਿੱਚ ਗਤੀਸ਼ੀਲਤਾ ਨਹੀਂ ਹੁੰਦੀ, ਪਰ ਇਸ ਤੋਂ ਇਲਾਵਾ ਜੀਵਾਣੂ ਅਤੇ ਉੱਲੀ ਪ੍ਰਕਾਸ਼ ਸੰਸ਼ਲੇਸ਼ਨ ਰਾਹੀਂ ਭੋਜਨ ਤਿਆਰ ਨਹੀਂ ਕਰਦੇ। ਪਰ ਪੌਦਿਆਂ ਵਾਂਗ ਉਹਨਾਂ ਦੀਆਂ ਵੀ ਸੈੱਲ ਕੰਧਾਂ ਹਨ। ਇਸ ਲਈ ਇਹਨਾਂ ਨੂੰ ਪੌਦਿਆਂ ਦੀਆਂ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਸੀ। ਸੋ ਇਹ ਸਮਝ ਆ ਗਿਆ ਹੈ ਕਿ ਇਸ ਸੰਸਾਰ ਵਿੱਚ ਬੇਅੰਤ ਪ੍ਰਕਾਰ ਦੇ ਸਜੀਵ ਪ੍ਰਾਣੀ ਹਨ। ਇਹਨਾਂ ਦੇ ਅਧਿਐਨ ਲਈ ਵਿਗਿਆਨੀਆਂ ਨੇ ਇਹਨਾਂ ਵਿੱਚ ਅੰਤਰ ਅਤੇ ਸਮਾਨਤਾ ਦੇ ਆਧਾਰ ਤੇ ਇਹਨਾਂ ਨੂੰ ਅਲੱਗ-ਅਲੱਗ ਸ਼੍ਰੇਣੀਆਂ ਵਿੱਚ ਵੰਡਿਆ ਹੈ। ਵਰਗੀਕਰਨ ਦੇ ਇਸ ਢੰਗ ਨੂੰ ਟੈਕਸੋਨੋਮੀ ਯਾਨੀ ਵਰਗੀਕਰਨ ਵਿਗਿਆਨ ਕਿਹਾ ਜਾਂਦਾ ਹੈ। ਸੰਸਾਰ ਦੇ ਵੱਖ-ਵੱਖ ਖੋਜੀਆਂ ਨੇ ਵੱਖ-ਵੱਖ ਤਰੀਕੇ ਨਾਲ ਸਜੀਵਾਂ ਦਾ ਵਰਗੀਕਰਨ ਕੀਤਾ। ਸਵੀਡਨ ਦੇ ਜੀਵ ਵਿਗਿਆਨੀ ਕੈਰੋਲਸ ਲੀਨੀਅਸ ਨੇ ਸਜੀਵਾਂ ਨੂੰ ਦੋ ਸ਼੍ਰੇਣੀਆਂ ਪੌਦਾ ਜਗਤ ਅਤੇ ਜੀਵ ਜੰਤੂ ਜਗਤ ਵਿੱਚ ਵਰਗੀਕ੍ਰਿਤ ਕੀਤਾ। 1969 ਵਿੱਚ ਰਾਬਰਟ ਵਿਟਕਰ ਨੇ ਸਜੀਵਾਂ ਨੂੰ 5 ਸ਼੍ਰੇਣੀਆਂ ਵਿੱਚ ਪੌਦੇ, ਜੰਤੂ, ਉੱਲੀ, ਪ੍ਰੋਟਿਸਟਾ ਅਤੇ ਮੁਨੇਰਾ ਵਿੱਚ ਵੰਡਿਆ ਅਤੇ ਬਹੁਤ ਸਾਰੇ ਵਿਗਿਆਨੀਆਂ ਨੇ ਇਸ ਵਰਗੀਕਰਨ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਰਾਬਰਟ ਵਿਟਕਰ ਨੇ ਇਸ ਵਰਗੀਕਰਨ ਦਾ ਆਧਾਰ ਕੇਂਦਰਕ ਦੀ ਹੋਂਦ ਜਾਂ ਅਣਹੋਂਦ, ਇੱਕ ਸੈੱਲ ਜਾਂ ਬਹੁਤ ਸੈੱਲਾ ਹੋਣਾ ਤੇ ਪੋਸ਼ਣ ਦੇ ਢੰਗ ਨੂੰ ਲਿਆ ਹੈ। ਇਸ ਵਰਗੀਕਰਨ ਦੀਆਂ ਅੱਗੋਂ ਹੋਰ ਵੀ ਅਲੱਗ-ਅਲੱਗ ਸ਼੍ਰੇਣੀਆਂ ਹਨ। ਹੁਣ ਤੱਕ ਤੁਸੀਂ ਵਰਗੀਕਰਨ ਦਾ ਮਹੱਤਵ ਅਤੇ ਵਰਗੀਕਰਨ ਦੀਆਂ 5 ਸ਼੍ਰੇਣੀਆਂ ਬਾਰੇ ਜਾਣਿਆ ਹੈ। ਹੁਣ ਅਸੀਂ ਪੌਦਾ ਜਗਤ ਯਾਨੀ ਪਲਾਂਟ ਕਿੰਗਡਮ ਦੇ ਵਿਭਾਜਨ, ਵੱਖ-ਵੱਖ ਪ੍ਰਕਾਰ, ਅਲੱਗ-ਅਲੱਗ ਪ੍ਰਕਾਰ ਦੀਆਂ ਸ਼੍ਰੇਣੀਆਂ ਵਿੱਚ ਆਉਂਦੇ ਅਲੱਗ-ਅਲੱਗ ਪੌਦੇ ਅਤੇ ਉਹਨਾਂ ਨੂੰ ਵੱਖ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਾਂਗੇ। ਵਿਦਿਆਰਥੀਓ, ਮੂਲ ਰੂਪ ਵਿੱਚ ਸਾਰੀ ਬਨਸਪਤੀ ਅਤੇ ਪੌਦੇ ਇੱਕ ਵੱਡੀ ਸ਼੍ਰੇਣੀ ਪੌਦਾ ਜਗਤ ਵਿੱਚ ਆਉਂਦੇ ਹਨ। ਇਸ ਦੀਆਂ ਅੱਗੋਂ ਸੂਖਮ ਵਿਭਿੰਨਤਾਵਾਂ ਦੇ ਅਨੁਸਾਰ ਅਲੱਗ-ਅਲੱਗ ਸ਼੍ਰੇਣੀਆਂ ਹਨ। ਇਹ ਵਿਸ਼ੇਸ਼ਤਾਵਾਂ ਉਹਨਾਂ ਦੀ ਬਣਤਰ ਤੇ ਉਹਨਾਂ ਦੀ ਉਤਪਤੀ ਦੇ ਢੰਗ ਅਨੁਸਾਰ ਹਨ। ਪੌਦਾ ਜਗਤ ਵਿੱਚ ਫੁੱਲਦਾਰ ਪੌਦੇ, ਮੌਸਿਸ, ਹਰੀਆਂ ਝਾੜੀਆਂ ਯਾਨੀ ਫਰਨਸ ਅਤੇ ਕੋਨੀਫਰਸ ਹੁੰਦੇ ਹਨ। ਅਸਲ ਵਿੱਚ ਪੌਦਾ ਜਗਤ ਵਿੱਚ ਸਲਾਈਮ ਮੋਲਡ ਵੀ ਹੁੰਦੇ ਹਨ, ਪਰ ਇਹਨਾਂ ਨੂੰ ਪੌਦਿਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਪੌਦਾ ਜਗਤ ਵਿੱਚ ਜਿਨ੍ਹਾਂ ਪੌਦਿਆਂ ਨੂੰ ਵਰਗੀਕ੍ਰਿਤ ਕੀਤਾ ਜਾਂਦਾ ਹੈ ਉਹ ਹਨ ਬ੍ਰਾਇਓਫਾਈਟਾ, ਜਿਵੇਂ ਮੌਸਿਸ ਅਤੇ ਲਿਵਰਵਰਟਸ। ਟੈਰੀਡੋਫਾਈਟਾ ਵਿੱਚ ਫਰਨ, ਹਰੀਆਂ ਝਾੜੀਆਂ, ਹੌਰਸਟੇਲਸ ਆਦਿ ਆਉਂਦੇ ਹਨ। ਜਿਮਨੋਸਪਰਮਸ ਜਿਵੇਂ ਪਾਈਨਸ, ਸਾਈਕੇਡਸ ਅਤੇ ਗਿਨਕੋਜ਼ ਆਦਿ, ਤੇ ਐਂਜੀਓਸਪਰਮਸ ਯਾਨੀ ਫੁੱਲਦਾਰ ਤੇ ਬੀਜ ਵਾਲੇ ਪੌਦੇ ਹਨ। ਇੱਕ ਬੀਜਪੱਤਰੀ ਜਾਂ ਦੋ ਬੀਜਪੱਤਰੀ ਵਾਲੇ ਵੀ ਹੋ ਸਕਦੇ ਹਨ। ਇੱਕ ਬੀਜਪੱਤਰੀ ਯਾਨੀ ਮੋਨੋਕੋਟੀਲੀਡਨਸ, ਜਿਵੇਂ ਕਿ ਘਾਹ ਅਤੇ ਲਿਲੀ।
ਅਤੇ ਦੋ ਬੀਜਪੱਤਰੀ ਯਾਨੀ ਡਾਈਕੋਟਿਲੀਡਨਸ ਜਿਵੇਂ ਗੁਲਾਬ, ਅੰਬ, ਪਿੱਪਲ, ਮਟਰ, ਛੋਲੇ ਆਦਿ। ਇਸ ਤਰ੍ਹਾਂ ਪੌਦਾ ਜਗਤ ਵਿੱਚ ਝਾੜੀਆਂ, ਵੱਡੇ ਦਰਖਤ ਅਤੇ ਫੁੱਲਾਂ ਵਾਲੇ ਪੌਦੇ ਕਾਈ ਦੀਆਂ ਵਿਭਿੰਨ ਪ੍ਰਜਾਤੀਆਂ ਸ਼ਾਮਲ ਹਨ। ਪੌਦਾ ਜਗਤ ਦੀਆਂ ਸਾਰੀਆਂ ਪ੍ਰਜਾਤੀਆਂ ਬਹੁਸੈਲੀ ਅਤੇ ਬਹੁਪਰਤੀ ਹੁੰਦੀਆਂ ਹਨ ਅਤੇ ਸੈੱਲ ਕੰਧਾਂ ਨਾਲ ਘਿਰੀਆਂ ਹੁੰਦੀਆਂ ਹਨ। ਪੌਦਾ ਜਗਤ ਦੇ ਵਿਸ਼ੇਸ਼ ਲੱਛਣ ਇਸ ਤਰ੍ਹਾਂ ਹਨ। ਪੌਦਾ ਜਗਤ ਦੇ ਵਿਸ਼ੇਸ਼ ਲੱਛਣ। ਪੌਦੇ ਯੂਕੈਰੀਓਟਿਕ ਸੈੱਲਾਂ ਤੋਂ ਬਣੇ ਹੁੰਦੇ ਹਨ। ਇਹ ਬਹੁਸੈਲੇ ਹੁੰਦੇ ਹਨ ਅਤੇ ਸੈੱਲ ਕੰਧਾਂ ਨਾਲ ਘਿਰੇ ਹੁੰਦੇ ਹਨ। ਇਹਨਾਂ ਪੌਦਿਆਂ ਦੇ ਸੈੱਲਾਂ ਦੀ ਸੈੱਲ ਕੰਧ ਸੈਲੂਲੋਜ਼ ਤੋਂ ਬਣੀ ਹੁੰਦੀ ਹੈ। ਪੌਦਿਆਂ ਵਿੱਚ ਕਲੋਰੋਫਿਲ ਵਰਣਕ ਯਾਨੀ ਪਿਗਮੈਂਟ ਦੀ ਮੌਜੂਦਗੀ ਦੇ ਕਾਰਨ ਇਹਨਾਂ ਦੀ ਰੰਗਤ ਹਰੀ ਹੁੰਦੀ ਹੈ। ਪੌਦਿਆਂ ਵਿੱਚ ਕਲੋਰੋਪਲਾਸਟ ਹੁੰਦੇ ਹਨ, ਜਿਸ ਨਾਲ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਹੁੰਦੀ ਹੈ। ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਨਾਲ ਪੌਦੇ ਆਪਣਾ ਭੋਜਨ ਤਿਆਰ ਕਰਦੇ ਹਨ। ਇਹ ਪ੍ਰਕਾਸ਼ ਸੰਸਲੇਸ਼ਣ ਰਾਹੀਂ ਤਿਆਰ ਕੀਤੇ ਕਾਰਬੋਹਾਈਡਰੇਟ ਨੂੰ ਸਟਾਰਚ ਦੇ ਰੂਪ ਵਿੱਚ ਜਮ੍ਹਾਂ ਕਰਦੇ ਹਨ। ਵਿਦਿਆਰਥੀਓ, ਇਹ ਪੌਦਾ ਜਗਤ ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ। ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਪਰ ਉਹ ਸਾਡੇ ਲਈ ਅਤੇ ਜੰਤੂਆਂ ਲਈ ਵੀ ਭੋਜਨ ਦਾ ਸੋਮਾ ਹਨ, ਜਿਵੇਂ ਫਲ ਸਬਜ਼ੀਆਂ ਦੇ ਰੂਪ ਵਿੱਚ। ਪੌਦਿਆਂ ਤੋਂ ਬਿਨਾਂ ਧਰਤੀ ਤੇ ਜੀਵਨ ਸੰਭਵ ਨਹੀਂ, ਕਿਉਂਕਿ ਪੌਦੇ ਸਾਡੇ ਜੀਵਨ ਦਾ ਆਧਾਰ ਹਨ। ਪੌਦਿਆਂ ਦਾ ਇੱਕ ਹੋਰ ਯੋਗਦਾਨ ਵਾਤਾਵਰਣ ਨੂੰ ਬਣਾਈ ਰੱਖਣਾ ਹੈ। ਕਿਸੇ ਉਸ ਥਾਂ ਬਾਰੇ ਸੋਚੋ ਜਿੱਥੇ ਕੋਈ ਵੀ ਪੌਦਾ ਨਾ ਹੋਵੇ। ਧਰਤੀ ਦੇ ਉੱਤੇ ਇਸ ਤਰ੍ਹਾਂ ਦਾ ਸਥਾਨ ਜਿੱਥੇ ਕੋਈ ਪੌਦਾ ਨਾ ਹੋਏ ਆਰਕਟਿਕ ਤੇ ਉਜਾੜ, ਮਾਰੂਥਲ ਅਤੇ ਡੂੰਘੇ ਸਾਗਰ ਹਨ। ਅਸੀਂ ਜਦੋਂ ਕਿਸੇ ਸਥਾਨ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਪੌਦੇ ਤੇ ਦਰਖਤ ਆਉਂਦੇ ਹਨ। ਜਿਵੇਂ ਅਸੀਂ ਜਾਣਦੇ ਹਾਂ, ਦਰਖਤ ਧਰਤੀ ਦੇ ਵਾਤਾਵਰਣ ਨੂੰ ਬਣਾਈ ਰੱਖਦੇ ਹਨ। ਇਸ ਤਰ੍ਹਾਂ ਪੌਦੇ ਅਤੇ ਦਰਖਤ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਸ ਤੋਂ ਬਾਅਦ ਅਸੀਂ ਵੇਖਾਂਗੇ ਕਿ ਕਿਵੇਂ ਪੌਦਾ ਜਗਤ ਨੂੰ ਵੱਖ-ਵੱਖ ਭਾਗਾਂ ਅਤੇ ਉਪ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪੌਦਾ ਜਗਤ ਦਾ ਵਰਗੀਕਰਨ। ਬਾਹਰੀ ਜਗਤ ਨੂੰ ਵੇਖਦੇ ਹੋਏ ਸਾਡੇ ਚਾਰ ਚੁਫੇਰੇ ਸਭ ਤੋਂ ਵੱਧ ਵਿਭਿੰਨਤਾ ਪੌਦ ਜਗਤ ਵਿੱਚ ਹੀ ਪਾਈ ਜਾਂਦੀ ਹੈ। ਵਿਗਿਆਨੀਆਂ ਨੇ ਪੌਦਿਆਂ ਨੂੰ ਉਹਨਾਂ ਦੀ ਸਮਾਨਤਾ ਅਤੇ ਵਿਭਿੰਨਤਾ ਦੇ ਅਨੁਸਾਰ ਵਰਗੀਕ੍ਰਿਤ ਕੀਤਾ ਹੈ। ਪੌਦਾ ਜਗਤ ਨੂੰ ਦੋ ਉਪ ਸ਼ਾਖਾਵਾਂ ਕ੍ਰਿਪਟੋਗੈਮੀ ਅਤੇ ਫੈਨਰੋਗੈਮੀ ਵਿੱਚ ਵੰਡਿਆ ਹੈ। ਕ੍ਰਿਪਟੋਗੈਮੀ ਵਿੱਚ ਛੁਪੇ ਹੋਏ ਪ੍ਰਜਨਨ ਅੰਗਾਂ ਵਾਲੇ ਬਿਨਾਂ ਫੁੱਲਾਂ ਤੋਂ ਅਤੇ ਬੀਜ ਰਹਿਤ ਪੌਦੇ ਹੁੰਦੇ ਹਨ। ਇਹਨਾਂ ਨੂੰ ਅੱਗੋਂ 3 ਹੋਰ ਡਿਵੀਜ਼ਨਾਂ ਵਿੱਚ ਵੰਡਿਆ ਹੋਇਆ ਹੈ। ਉਹ ਹਨ ਥੈਲੋਫਾਈਟਾ, ਬ੍ਰਾਇਓਫਾਈਟਾ ਅਤੇ ਟੈਰੀਡੋਫਾਈਟਾ। ਫੈਨਰੋਗੈਮੀ। ਇਸ ਵਿੱਚ ਬੀਜਾਂ ਵਾਲੇ ਪੌਦੇ ਹੁੰਦੇ ਹਨ। ਇਹ ਉਪ ਜਗਤ ਅੱਗੋਂ 2 ਹੋਰ ਭਾਗਾਂ ਵਿੱਚ ਵੰਡਿਆ ਹੋਇਆ ਹੈ, ਜਿਮਨੋਸਪਰਮੀ ਅਤੇ ਐਂਜੀਓਸਪਰਮੀ। ਹੁਣ ਅਸੀਂ ਇਸ ਵਰਗੀਕਰਨ ਦੇ ਆਧਾਰ ਤੇ ਉਪ ਭਾਗਾਂ ਦੀ ਵਿਸਤਾਰ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਥੈਲੋਫਾਈਟਾ ਵਰਗ ਵਿੱਚ ਮੁੱਖ ਤੌਰ ਤੇ ਕਾਈ ਆਉਂਦੀ ਹੈ। ਇਹਨਾਂ ਸਜੀਵਾਂ ਦੇ ਪੌਦਿਆਂ ਦੇ ਤਣੇ, ਜੜ ਅਤੇ ਪੱਤੇ ਅਲੱਗ-ਅਲੱਗ ਨਹੀਂ ਹੁੰਦੇ, ਜਿਵੇਂ ਕਿ ਤੁਸੀਂ ਬਾਗ ਵਿੱਚ ਹੋਰ ਪੌਦਿਆਂ ਵਿੱਚ
ਵੇਖਦੇ ਹੋ। ਪੌਦਾ ਸਾਧਾਰਨ ਹੁੰਦਾ ਹੈ ਤੇ ਉਸ ਨੂੰ ਥੈਲਸ ਕਹਿੰਦੇ ਹਨ। ਇਹ ਪੌਦੇ ਵਹਿਣੀ ਰਹਿਤ ਹੁੰਦੇ ਹਨ। ਵਹਿਣੀ ਰਹਿਤ ਤੋਂ ਭਾਵ ਇਹ ਹੈ ਕਿ ਇਹ ਆਪਣੇ ਸਰੀਰ ਰਾਹੀਂ ਤਰਲਾਂ ਨੂੰ ਪ੍ਰਵਾਹਿਤ ਨਹੀਂ ਕਰਦੇ। ਇਹ ਚੁਗਿਰਦੇ ਦੀ ਨਮੀ ਤੋਂ ਇਸ ਕਿਰਿਆ ਵਿੱਚ ਮਦਦ ਲੈਂਦੇ ਹਨ। ਇਹਨਾਂ ਦੇ ਫੁੱਲ ਨਹੀਂ ਹੁੰਦੇ। ਇਹ ਜ਼ਮੀਨ ਉੱਪਰ, ਚਟਾਨਾਂ ਤੇ, ਪਾਣੀ ਵਿੱਚ ਤੇ ਹੋਰ ਦੂਜਿਆਂ ਪੌਦਿਆਂ ਉੱਪਰ ਉਗਦੇ ਹਨ। ਇਹ ਲਿੰਗੀ ਅਤੇ ਅਲਿੰਗੀ ਦੋਹਾਂ ਤਰੀਕਿਆਂ ਨਾਲ ਪੈਦਾ ਹੁੰਦੇ ਹਨ। ਇਹ ਇੱਕ ਸੈਲੇ ਪ੍ਰਜਨਨ ਅੰਗਾਂ ਨਾਲ ਗੁੰਝਲਦਾਰ ਪ੍ਰਜਨਨ ਕਿਰਿਆ ਕਰਦੇ ਹਨ। ਇਸ ਲਈ ਥੈਲੋਫਾਈਟਸ ਸਾਧਾਰਨ ਪੌਦਿਆਂ ਦੀ ਸ਼੍ਰੇਣੀ ਹੈ ਜਾਂ ਵੱਖ-ਵੱਖ ਅੰਗਾਂ ਤੋਂ ਬਿਨਾਂ ਛੋਟੇ-ਛੋਟੇ ਪੌਦੇ। ਆਓ ਕਾਈ ਬਾਰੇ ਜਾਣੀਏ। ਕਾਈ। ਇਹਨਾਂ ਵਿੱਚ ਕਲੋਰੋਫਿਲ ਹੁੰਦੀ ਹੈ ਅਤੇ ਇਸੇ ਕਾਰਨ ਇਹ ਹਰੇ ਰੰਗ ਦੀ ਹੁੰਦੀ ਹੈ। ਇਹ ਸੂਰਜ ਦੀ ਰੋਸ਼ਨੀ ਵਿੱਚ ਆਪਣਾ ਭੋਜਨ ਤਿਆਰ ਕਰਦੀ ਹੈ। ਇਹ ਨਮੀ ਵਾਲੀ ਥਾਵਾਂ ਤੇ ਉਗਦੀ ਹੈ। ਇਹ ਇੱਕ ਸੈਲੀ ਜਾਂ ਬਹੁ ਸੈਲੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਕਲੈਮਾਈਡੋਮੋਨਾਜ਼। ਕਾਈ ਦੀਆਂ ਦੂਜੀਆਂ ਕਿਸਮਾਂ ਵਿੱਚੋਂ ਵੋਲਵੋਕਸ ਅਤੇ ਸਪਾਇਰੋਗੈਰਾ ਆਉਂਦੇ ਹਨ। ਵਿਦਿਆਰਥੀਓ, ਇਹ ਤੁਸੀਂ ਉਪ ਵਿਭਾਜਨ ਥੈਲੋਫਾਈਟਾ ਬਾਰੇ ਪੜ੍ਹਿਆ ਹੈ। ਥੈਲੋਫਾਈਟਾ ਜਿਸ ਵਿੱਚ ਕਾਈ ਆਉਂਦੀ ਹੈ। ਇਹਨਾਂ ਸਜੀਵਾਂ ਵਿੱਚ ਇੱਕ ਲੱਛਣ ਹੈ ਕਿ ਇਹਨਾਂ ਵਿੱਚ ਜੜ, ਤਣਾ ਤੇ ਪੱਤੇ ਨਹੀਂ ਹੁੰਦੇ, ਪਰ ਫਿਰ ਵੀ ਇਹ ਪੌਦੇ ਹਨ। ਇਸ ਦੀ ਸਰੀਰਕ ਬਣਤਰ ਨੂੰ ਥੈਲਸ ਕਹਿੰਦੇ ਹਨ। ਥੈਲੋਫਾਈਟਾ ਤੋਂ ਬਾਅਦ ਅਸੀਂ ਕ੍ਰਿਪਟੋਗੈਮੀ ਦੇ ਦੂਸਰੇ ਭਾਗ ਬ੍ਰਾਇਓਫਾਈਟਾ ਬਾਰੇ ਪੜ੍ਹਾਂਗੇ। ਬ੍ਰਾਇਓਫਾਈਟਾ। ਇਹ ਛੋਟੇ ਪੌਦੇ ਹਨ। ਇਹਨਾਂ ਵਿੱਚ ਵਹਿਣੀ ਪ੍ਰਣਾਲੀ ਨਹੀਂ ਹੁੰਦੀ। ਇਹ ਗਿੱਲੀਆਂ ਠੰਡੀਆਂ ਥਾਵਾਂ, ਚੱਟਾਨਾਂ ਅਤੇ ਦਰਖਤਾਂ ਤੇ ਉੱਗਣ ਵਾਲੇ ਛੋਟੇ ਪੌਦੇ ਹਨ। ਇਹਨਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ। ਇਹ ਤਲ ਨਾਲ ਰਾਈਜ਼ੋਇਡ ਰਾਹੀਂ ਜੁੜੇ ਹੁੰਦੇ ਹਨ। ਇਹਨਾਂ ਦੇ ਵੱਡੇ ਪੱਤੇ ਜਾਂ ਫੁੱਲ ਨਹੀਂ ਹੁੰਦੇ। ਬ੍ਰਾਇਓਫਾਈਟਾ ਵਿੱਚ ਫਿਊਨੇਰੀਆ, ਮਾਰਕੈਂਸ਼ੀਆ ਅਤੇ ਰਿਕਸੀਆ ਕਿਸਮਾਂ ਪਾਈਆਂ ਜਾਂਦੀਆਂ ਹਨ। ਇਹਨਾਂ ਦੇ ਪੌਦੇ ਦਾ ਰੂਪ ਪੱਤੇ ਵਰਗਾ ਹੁੰਦਾ ਹੈ। ਇਹ ਤਾਲਾਬਾਂ ਵਿੱਚ ਤੈਰਦਾ ਹੋਇਆ ਮਿਲ ਜਾਂਦਾ ਹੈ ਅਤੇ ਐਕੁਏਰੀਅਮ ਵਿੱਚ ਇਸ ਨੂੰ ਕੁਦਰਤੀ ਦ੍ਰਿਸ਼ ਦੇਣ ਲਈ ਵੀ ਵਰਤਿਆ ਜਾਂਦਾ ਹੈ। ਵਿਦਿਆਰਥੀਓ, ਬ੍ਰਾਇਓਫਾਈਟਸ ਨੂੰ ਅੱਗੋਂ ਮੌਸਿਸ ਅਤੇ ਲਿਵਰਵਰਟਸ ਵਿੱਚ ਵੰਡਿਆ ਜਾਂਦਾ ਹੈ। ਇਹਨਾਂ ਦੀਆਂ 25,000 ਪ੍ਰਜਾਤੀਆਂ ਹਨ। ਇਹਨਾਂ ਵਿੱਚੋਂ ਬਹੁਤੇ ਬਹੁਸੈਲੇ ਹੁੰਦੇ ਹਨ ਅਤੇ ਸਾਰੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਬ੍ਰਾਇਓਫਾਈਟਸ ਨੂੰ ਪੌਦਾ ਜਗਤ ਦੇ ਐਂਫੀਬੀਅਨਸ ਵੀ ਕਿਹਾ ਗਿਆ ਹੈ। ਬ੍ਰਾਇਓਫਾਈਟਸ ਤੋਂ ਬਾਅਦ ਹੁਣ ਅਸੀਂ ਉਪ ਜਗਤ ਕ੍ਰਿਪਟੋਗੈਮੀ ਦੇ ਤੀਸਰੇ ਵਰਗ ਟੈਰੀਡੋਫਾਈਟਾ ਬਾਰੇ ਪੜ੍ਹਾਂਗੇ। ਟੈਰੀਡੋਫਾਈਟਾ। ਇਹ ਟੈਰੀਡੋਫਾਈਟਸ ਹਨ। ਇਹਨਾਂ ਦੇ ਤਣੇ, ਜੜ ਅਤੇ ਪੱਤੇ ਹੁੰਦੇ ਹਨ। ਟੈਰੀਡੋਫਾਈਟਸ ਜਿਵੇਂ ਕਿ ਐਕਿਊਸੀਟਮ ਨੂੰ ਹੌਰਸਟੇਲ ਵੀ ਕਹਿੰਦੇ ਹਨ। ਇਸ ਦੀਆਂ ਹੋਰ ਕਿਸਮਾਂ ਵਿੱਚ ਲਾਈਕੋਪੋਡੀਅਮ ਅਤੇ ਡਰਾਇਓਪਟਰਿਸ ਵੀ ਨੇ, ਜਿਵੇਂ ਕਿ ਇੱਥੇ ਤਸਵੀਰਾਂ ਰਾਹੀਂ ਦਿਖਾਇਆ ਗਿਆ ਹੈ। ਇਹ ਖੰਭਾਂ ਵਰਗੀਆਂ ਬਨਾਵਟ ਤੋਂ ਪਛਾਣੇ ਜਾਂਦੇ ਹਨ। ਬੱਚਿਓ, ਇਹਨਾਂ ਵਿੱਚ ਵਹਿਣੀ ਪ੍ਰਣਾਲੀ ਯਾਨੀ ਵੈਸਕੂਲਰ ਸਿਸਟਮ ਹੁੰਦਾ ਹੈ। ਤਣਾ ਜ਼ਮੀਨ ਤੋਂ ਉੱਪਰ ਜਾਂ ਜ਼ਮੀਨ ਦੇ ਅੰਦਰ ਰਾਈਜ਼ੋਮ ਦੇ ਰੂਪ ਵਿੱਚ ਹੁੰਦਾ ਹੈ। ਇਹ ਬ੍ਰਾਇਓਫਾਈਟਸ ਤੋਂ ਵੱਡੇ ਹੁੰਦੇ ਹਨ।
ਇਹਨਾਂ ਵਿੱਚ ਛਾਨਣੀ ਨਲੀਆਂ ਦੀ ਬਜਾਏ ਛਾਨਣੀ ਸੈੱਲ ਹੁੰਦੇ ਹਨ ਅਤੇ ਸਹਿ ਸੈੱਲ ਨਹੀਂ ਹੁੰਦੇ। ਇਹ ਵਹਿਣੀ ਟਿਸ਼ੂ ਫਲੋਇਮ ਦੇ ਅੰਸ਼ ਹੁੰਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੌਦਾ ਜਗਤ ਨੂੰ ਦੋ ਉਪ ਜਗਤਾਂ ਕ੍ਰਿਪਟੋਗੈਮੀ ਅਤੇ ਫੈਨਰੋਗੈਮੀ ਵਿੱਚ ਵੰਡਿਆ ਗਿਆ ਹੈ। ਕ੍ਰਿਪਟੋਗੈਮੀ ਦੇ ਅਧਿਐਨ ਤੋਂ ਬਾਅਦ ਹੁਣ ਅਸੀਂ ਦੂਸਰੇ ਉਪ ਜਗਤ ਫੈਨਰੋਗੈਮੀ ਬਾਰੇ ਪੜ੍ਹਾਂਗੇ, ਜਿਸ ਦੇ ਅੱਗੋਂ ਦੋ ਵਰਗ ਹਨ, ਜਿਮਨੋਸਪਰਮੀ ਅਤੇ ਐਂਜੀਓਸਪਰਮੀ। ਆਓ ਹੁਣ ਜਿਮਨੋਸਪਰਮ ਬਾਰੇ ਗੱਲ ਕਰੀਏ, ਜੋ ਜਿਮਨੋਸਪਰਮੀ ਵਰਗ ਵਿੱਚ ਆਉਂਦੇ ਹਨ। ਜਿਮਨੋਸਪਰਮਸ ਅਣਫੁੱਲਦਾਰ ਬੀਜਾਂ ਵਾਲੇ ਪੌਦੇ ਹਨ। ਇਸ ਸਮੂਹ ਵਿੱਚ ਕੋਨੀਫਰ ਹੁੰਦੇ ਹਨ। ਇਹ ਬੀਜਾਂ ਵਾਲੇ ਪੌਦੇ ਠੰਡੇ ਇਲਾਕਿਆਂ ਵਿੱਚ ਮਿਲਦੇ ਹਨ, ਜਿਵੇਂ ਸਾਈਕਸ, ਪਾਈਨਸ। ਇਹਨਾਂ ਦੇ ਪੱਤੇ ਸੂਈ ਵਰਗੇ ਹੁੰਦੇ ਹਨ। ਪਾਈਨਸ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਇਸ ਦੇ ਸੂਈ ਵਰਗੇ ਪੱਤੇ ਝੁੰਡ ਵਿੱਚ ਪਾਏ ਜਾਂਦੇ ਹਨ, ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਵੇਖ ਰਹੇ ਹੋ। ਇਹ ਇਸ ਪਾਈਨਸ ਦੇ ਕੋਣ ਹਨ। ਕੋਣ ਇਸ ਪੌਦੇ ਦੇ ਪ੍ਰਜਨਨ ਅੰਗ ਹਨ। ਇਸ ਦਾ ਦੂਜਾ ਉਦਾਹਰਣ ਸਾਈਕਸ ਹੈ, ਜਿਸ ਦੇ ਪੱਤੇ ਹਥੇਲੀ ਵਰਗੇ ਹੁੰਦੇ ਹਨ। ਜਿਮਨੋਸਪਰਮ ਦੇ ਪੌਦਿਆਂ ਵਿੱਚ ਮਾਦਾ ਕੋਣ ਅੰਡਕੋਸ਼ ਅਤੇ ਨਰ ਕੋਣ ਪਰਾਗਕਣ ਬਣਾਉਂਦੇ ਹਨ। ਬੀਜ ਖੰਭਾਂ ਵਾਲੇ ਹੁੰਦੇ ਹਨ ਅਤੇ ਹਵਾ ਦੁਆਰਾ ਆਸਾਨੀ ਨਾਲ ਫੈਲ ਜਾਂਦੇ ਹਨ। ਇਹਨਾਂ ਦੇ ਬੀਜ ਨੰਗੇ ਹੁੰਦੇ ਹਨ। ਅੰਡਕੋਸ਼ ਦੀ ਗੈਰ ਮੌਜੂਦਗੀ ਕਾਰਨ ਇਸ ਉੱਤੇ ਫਲ ਨਹੀਂ ਹੁੰਦੇ। ਫੈਨਰੋਗੈਮੀ ਦਾ ਅਗਲਾ ਉਪ ਭਾਗ ਐਂਜੀਓਸਪਰਮ, ਜੋ ਐਂਜੀਓਸਪਰਮੀ ਵਰਗ ਵਿੱਚ ਆਉਂਦਾ ਹੈ। ਐਂਜੀਓਸਪਰਮੀ ਫੁੱਲਦਾਰ ਬੀਜਾਂ ਵਾਲੇ ਪੌਦੇ। ਇਹ ਹੋਰ ਪੌਦਿਆਂ ਨਾਲੋਂ ਧਰਤੀ ਦੇ ਵਾਤਾਵਰਣ ਦੇ ਹਿਸਾਬ ਨਾਲ ਸਭ ਤੋਂ ਅਨੁਕੂਲ ਹਨ। ਇਹਨਾਂ ਪੌਦਿਆਂ ਦੇ ਬੀਜ ਅੰਡਕੋਸ਼ ਦੇ ਅੰਦਰ ਹੁੰਦੇ ਹਨ। ਇਹਨਾਂ ਵਿੱਚ ਕੋਣਾਂ ਦੀ ਬਜਾਏ ਫੁੱਲ ਹੁੰਦੇ ਹਨ। ਇਹਨਾਂ ਵਿੱਚ ਇੱਕ ਬੀਜ ਪੱਤਰੀ ਅਤੇ ਦੋ ਬੀਜ ਪੱਤਰੀ ਵਾਲੇ ਪੌਦੇ ਹੁੰਦੇ ਹਨ। ਇੱਕ ਬੀਜ ਪੱਤਰੀ ਵਾਲੇ ਪੌਦੇ ਜਿਵੇਂ ਕਿ ਕਣਕ, ਚੌਲ ਅਤੇ ਮੱਕੀ। ਦੋ ਬੀਜ ਪੱਤਰੀ ਵਾਲੇ ਪੌਦੇ ਜਿਵੇਂ ਛੋਲੇ, ਮਟਰ ਅਤੇ ਰਾਜਮਾ। ਵਿਦਿਆਰਥੀਓ, ਅਸੀਂ ਪੌਦਿਆਂ ਬਾਰੇ ਜੋ ਵੀ ਜਾਣਕਾਰੀ ਹਾਸਲ ਕੀਤੀ ਹੈ, ਇਸ ਨਾਲ ਸਾਡਾ ਅੱਜ ਦਾ ਵਿਸ਼ਾ ਖਤਮ ਹੁੰਦਾ ਹੈ। ਹੁਣ ਤੱਕ ਅਸੀਂ ਜੋ ਸਿੱਖਿਆ ਹੈ, ਉਸ ਨੂੰ ਦੁਹਰਾ ਲਈ। ਕੈਰੋਲਸ ਲੀਨੀਅਸ ਨੇ ਸਾਰੇ ਸਜੀਵਾਂ ਨੂੰ ਦੋ ਵੱਡੇ ਭਾਗਾਂ ਵਿੱਚ ਵੰਡਿਆ ਹੈ, ਪੌਦਾ ਜਗਤ ਅਤੇ ਜੰਤੂ ਜਗਤ। ਰਾਬਰਟ ਵਿਟਕਰ ਨੇ 1969 ਵਿੱਚ 5 ਜਗਤ ਵਾਲੀ ਵਰਗੀਕਰਨ ਪ੍ਰਣਾਲੀ ਦਿੱਤੀ। ਇਹ ਜਗਤ ਅੱਗੋਂ ਉਪ ਜਗਤਾਂ ਵਿੱਚ ਵੰਡਿਆ ਹੋਇਆ ਹੈ। ਆਮ ਤੌਰ ਤੇ ਜੰਤੂ ਜਗਤ ਅਤੇ ਪੌਦਾ ਜਗਤ ਨੂੰ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਪੌਦਾ ਜਗਤ ਵਿੱਚ ਧਰਤੀ ਦੀ ਸਾਰੀ ਬਨਸਪਤੀ, ਮੌਸਿਸ, ਫਰਨਸ, ਕੋਨੀਫਰਸ ਅਤੇ ਫੁੱਲਦਾਰ ਪੌਦੇ ਆਉਂਦੇ ਹਨ। ਪੌਦਾ ਜਗਤ ਵਿੱਚ ਵਹਿਣੀ ਪ੍ਰਣਾਲੀ ਅਤੇ ਵਹਿਣੀ ਪ੍ਰਣਾਲੀ ਤੋਂ ਬਿਨਾਂ ਦੋਵੇਂ ਤਰ੍ਹਾਂ ਦੇ ਪੌਦੇ ਸ਼ਾਮਲ ਕੀਤੇ ਜਾਂਦੇ ਹਨ। ਵਹਿਣੀ ਪ੍ਰਣਾਲੀ ਰਹਿਤ ਪੌਦਿਆਂ ਦੀਆਂ ਜੜ੍ਹਾਂ, ਤਣਾ ਅਤੇ ਪੱਤੇ ਨਹੀਂ ਹੁੰਦੇ।
ਵਹਿਣੀ ਪ੍ਰਣਾਲੀ ਰਹਿਤ ਪੌਦੇ ਕਾਈ ਯਾਨੀ ਐਲਗੀ, ਮੌਸਿਸ ਅਤੇ ਲਿਵਰਬਟਸ। ਪੌਦਾ ਜਗਤ ਦੇ ਵਿਸ਼ੇਸ਼ ਲੱਛਣ ਇਸ ਤਰ੍ਹਾਂ ਹਨ। ਪੌਦੇ ਯੂਕੈਰੀਓਟਿਕ ਸੈੱਲਾਂ ਤੋਂ ਬਣੇ ਹੁੰਦੇ ਹਨ। ਇਹ ਬਹੁਸੈਲੇ ਹੁੰਦੇ ਹਨ ਅਤੇ ਸੈੱਲ ਕੰਧਾਂ ਨਾਲ ਘਿਰੇ ਹੁੰਦੇ ਹਨ। ਇਹਨਾਂ ਪੌਦਿਆਂ ਦੇ ਸੈੱਲਾਂ ਦੀ ਸੈੱਲ ਕੰਧ ਸੈਲੂਲੋਜ਼ ਤੋਂ ਬਣੀ ਹੁੰਦੀ ਹੈ। ਪੌਦਿਆਂ ਵਿੱਚ ਕਲੋਰੋਫਿਲ ਵਰਣਕ ਯਾਨੀ ਪਿਗਮੈਂਟ ਦੀ ਮੌਜੂਦਗੀ ਦੇ ਕਾਰਨ ਇਹਨਾਂ ਦੀ ਰੰਗਤ ਹਰੀ ਹੁੰਦੀ ਹੈ। ਪੌਦਿਆਂ ਵਿੱਚ ਕਲੋਰੋਪਲਾਸਟ ਹੁੰਦੇ ਹਨ, ਜਿਸ ਨਾਲ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਹੁੰਦੀ ਹੈ। ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਾਲ ਪੌਦੇ ਆਪਣਾ ਭੋਜਨ ਤਿਆਰ ਕਰਦੇ ਹਨ। ਇਹ ਪ੍ਰਕਾਸ਼ ਸੰਸਲੇਸ਼ਨ ਰਾਹੀਂ ਤਿਆਰ ਕੀਤੇ ਕਾਰਬੋਹਾਈਡਰੇਟ ਨੂੰ ਸਟਾਰਚ ਦੇ ਰੂਪ ਵਿੱਚ ਜਮ੍ਹਾਂ ਕਰਦੇ ਹਨ। ਪੌਦਾ ਜਗਤ ਨੂੰ ਦੋ ਉਪ ਜਗਤਾਂ ਵਿੱਚ ਵੰਡਿਆ ਗਿਆ ਹੈ, ਕ੍ਰਿਪਟੋਗੈਮੀ ਅਤੇ ਫੇਨੈਰੋਗੈਮੀ। ਕ੍ਰਿਪਟੋਗੈਮੀ ਵਿੱਚ ਛੁਪੇ ਹੋਏ ਪ੍ਰਜਨਨ ਅੰਗਾਂ ਵਾਲੇ ਬਿਨਾਂ ਫੁੱਲਾਂ ਤੋਂ ਅਤੇ ਬੀਜ ਰਹਿਤ ਪੌਦੇ ਹੁੰਦੇ ਹਨ। ਇਹਨਾਂ ਨੂੰ ਅੱਗੋਂ 3 ਹੋਰ ਡਿਵੀਜ਼ਨਾਂ ਵਿੱਚ ਵੰਡਿਆ ਹੋਇਆ ਹੈ। ਉਹ ਹਨ ਥੈਲੋਫਾਈਟਾ, ਬ੍ਰਾਇਓਫਾਈਟਾ ਅਤੇ ਟੈਰੀਡੋਫਾਈਟਾ। ਫੈਨਰੋਗੈਮੀ, ਇਸ ਵਿੱਚ ਬੀਜਾਂ ਵਾਲੇ ਪੌਦੇ ਹੁੰਦੇ ਹਨ। ਇਹ ਉਪ ਜਗਤ ਅੱਗੋਂ 2 ਹੋਰ ਭਾਗਾਂ ਵਿੱਚ ਵੰਡਿਆ ਹੋਇਆ ਹੈ, ਜਿਮਨੋਸਪਰਮੀ ਅਤੇ ਐਂਜੀਓਸਪਰਮੀ। ਜਿਮਨੋਸਪਰਮਸ ਅਣਫੁੱਲਦਾਰ ਬੀਜਾਂ ਵਾਲੇ ਪੌਦੇ ਹਨ। ਇਸ ਸਮੂਹ ਵਿੱਚ ਕੋਨੀਫਰ ਹੁੰਦੇ ਹਨ। ਇਹ ਬੀਜਾਂ ਵਾਲੇ ਪੌਦੇ ਠੰਡੇ ਇਲਾਕਿਆਂ ਵਿੱਚ ਮਿਲਦੇ ਹਨ, ਜਿਵੇਂ ਸਾਈਕਸ, ਪਾਈਨਸ। ਇਹਨਾਂ ਦੇ ਪੱਤੇ ਸੂਈ ਵਰਗੇ ਹੁੰਦੇ ਹਨ। ਪਾਈਨਸ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਇਸ ਦੇ ਸੂਈ ਵਰਗੇ ਪੱਤੇ ਝੁੰਡ ਵਿੱਚ ਪਾਏ ਜਾਂਦੇ ਹਨ, ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਵੇਖ ਰਹੇ ਹੋ। ਇਹ ਇਸ ਪਾਈਨਸ ਦੇ ਕੋਣ ਹਨ। ਕੋਣ ਇਸ ਪੌਦੇ ਦੇ ਪ੍ਰਜਨਨ ਅੰਗ ਹਨ। ਇਸ ਦਾ ਦੂਜਾ ਉਦਾਹਰਣ ਸਾਈਕਸ ਹੈ, ਜਿਸ ਦੇ ਪੱਤੇ ਹਥੇਲੀ ਵਰਗੇ ਹੁੰਦੇ ਹਨ। ਜਿਮਨੋਸਪਰਮ ਦੇ ਪੌਦਿਆਂ ਵਿੱਚ ਮਾਦਾ ਕੋਣ ਅੰਡਕੋਸ਼ ਅਤੇ ਨਰ ਕੋਣ ਪਰਾਗਕਣ ਬਣਾਉਂਦੇ ਹਨ। ਬੀਜ ਖੰਭਾਂ ਵਾਲੇ ਹੁੰਦੇ ਹਨ ਅਤੇ ਹਵਾ ਦੁਆਰਾ ਆਸਾਨੀ ਨਾਲ ਫੈਲ ਜਾਂਦੇ ਹਨ। ਇਹਨਾਂ ਦੇ ਬੀਜ ਨੰਗੇ ਹੁੰਦੇ ਹਨ। ਅੰਡਕੋਸ਼ ਦੀ ਗੈਰ ਮੌਜੂਦਗੀ ਕਾਰਨ ਇਸ ਉੱਤੇ ਫਲ ਨਹੀਂ ਹੁੰਦੇ। ਫੈਨਰੋਗੈਮੀ ਦਾ ਅਗਲਾ ਉਪ ਭਾਗ ਹੈ ਐਂਜੀਓਸਪਰਮ, ਜੋ ਐਂਜੀਓਸਪਰਮੀ ਵਰਗ ਵਿੱਚ ਆਉਂਦਾ ਹੈ। ਐਂਜੀਓਸਪਰਮੀ ਫੁੱਲਦਾਰ ਬੀਜਾਂ ਵਾਲੇ ਪੌਦੇ। ਇਹ ਹੋਰ ਪੌਦਿਆਂ ਨਾਲੋਂ ਧਰਤੀ ਦੇ ਵਾਤਾਵਰਣ ਦੇ ਹਿਸਾਬ ਨਾਲ ਸਭ ਤੋਂ ਅਨੁਕੂਲ ਹਨ। ਇਹਨਾਂ ਪੌਦਿਆਂ ਦੇ ਬੀਜ ਅੰਡਕੋਸ਼ ਦੇ ਅੰਦਰ ਹੁੰਦੇ ਹਨ। ਇਹਨਾਂ ਵਿੱਚ ਕੋਣਾਂ ਦੀ ਬਜਾਏ ਫੁੱਲ ਹੁੰਦੇ ਹਨ। ਇਹਨਾਂ ਵਿੱਚ ਇੱਕ ਬੀਜ ਪੱਤਰੀ ਅਤੇ 2 ਬੀਜ ਪੱਤਰੀ ਵਾਲੇ ਪੌਦੇ ਹੁੰਦੇ ਹਨ। ਇੱਕ ਬੀਜ ਪੱਤਰੀ ਵਾਲੇ ਪੌਦੇ ਜਿਵੇਂ ਕਿ ਕਣਕ, ਚੌਲ ਅਤੇ ਮੱਕੀ। 2 ਬੀਜ ਪੱਤਰੀ ਵਾਲੇ ਪੌਦੇ ਜਿਵੇਂ ਛੋਲੇ, ਮਟਰ ਅਤੇ ਰਾਜਮਾ। ਕ੍ਰਿਪਟੋਗੈਮੀ ਨੂੰ ਅੱਗੋਂ 3 ਵਰਗਾਂ ਵਿੱਚ ਵੰਡਿਆ ਗਿਆ ਹੈ, ਥੈਲੋਫਾਈਟਾ, ਬ੍ਰਾਇਓਫਾਈਟਾ ਅਤੇ ਟੈਰੀਡੋਫਾਈਟਾ। ਬ੍ਰਾਇਓਫਾਈਟਾ
ਇਹ ਛੋਟੇ ਪੌਦੇ ਹਨ। ਇਹਨਾਂ ਵਿੱਚ ਵਹਿਣੀ ਪ੍ਰਣਾਲੀ ਨਹੀਂ ਹੁੰਦੀ। ਇਹ ਗਿੱਲੀਆਂ ਠੰਡੀਆਂ ਥਾਵਾਂ, ਚੱਟਾਨਾਂ ਅਤੇ ਦਰਖਤਾਂ ਤੇ ਉੱਗਣ ਵਾਲੇ ਛੋਟੇ ਪੌਦੇ ਹਨ। ਇਹਨਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ। ਇਹ ਤਲ ਨਾਲ ਰਾਈਜ਼ੋਇਡ ਰਾਹੀਂ ਜੁੜੇ ਹੁੰਦੇ ਹਨ। ਇਹਨਾਂ ਦੇ ਵੱਡੇ ਪੱਤੇ ਜਾਂ ਫੁੱਲ ਨਹੀਂ ਹੁੰਦੇ। ਬ੍ਰਾਇਓਫਾਈਟਾ ਵਿੱਚ ਫਿਊਨੇਰੀਆ, ਮਾਰਕੈਂਸ਼ੀਆ ਅਤੇ ਰਿਕਸੀਆ ਕਿਸਮਾਂ ਪਾਈਆਂ ਜਾਂਦੀਆਂ ਹਨ। ਇਹਨਾਂ ਦੇ ਪੌਦੇ ਦਾ ਰੂਪ ਪੱਤੇ ਵਰਗਾ ਹੁੰਦਾ ਹੈ। ਇਹ ਤਾਲਾਬਾਂ ਵਿੱਚ ਤੈਰਦਾ ਹੋਇਆ ਮਿਲ ਜਾਂਦਾ ਹੈ ਅਤੇ ਐਕੁਏਰੀਅਮ ਵਿੱਚ ਇਸ ਨੂੰ ਕੁਦਰਤੀ ਦ੍ਰਿਸ਼ ਦੇਣ ਲਈ ਵੀ ਵਰਤਿਆ ਜਾਂਦਾ ਹੈ। ਟੈਰੀਡੋਫਾਈਟ ਵਿੱਚ ਫਰਨ ਪੌਦੇ ਹੁੰਦੇ ਹਨ। ਇਹ ਵਹਿਣੀ ਪ੍ਰਣਾਲੀ ਵਾਲੇ ਪੌਦੇ ਹੁੰਦੇ ਹਨ। ਇਹਨਾਂ ਦੇ ਜੜ੍ਹਾਂ, ਤਣੇ ਅਤੇ ਪੱਤੇ ਹੁੰਦੇ ਹਨ। ਇਹ ਟੈਰੀਡੋਫਾਈਟਸ ਹਨ। ਇਹਨਾਂ ਦੇ ਤਣੇ, ਜੜ ਅਤੇ ਪੱਤੇ ਹੁੰਦੇ ਹਨ। ਟੈਰੀਡੋਫਾਈਟਸ ਜਿਵੇਂ ਕਿ ਐਕਿਊਸੀਟਮ ਨੂੰ ਹਾਰਸਟੇਲ ਵੀ ਕਹਿੰਦੇ ਹਨ। ਇਸ ਦੀਆਂ ਹੋਰ ਕਿਸਮਾਂ ਵਿੱਚ ਲਾਈਕੋਪੋਡੀਅਮ ਅਤੇ ਡਰਾਇਓਪਟਰਿਸ ਵੀ ਨੇ, ਜਿਵੇਂ ਕਿ ਇੱਥੇ ਤਸਵੀਰਾਂ ਰਾਹੀਂ ਦਿਖਾਇਆ ਗਿਆ ਹੈ। ਇਹ ਖੰਭਾਂ ਵਰਗੀਆਂ ਬਨਾਵਟ ਤੋਂ ਪਛਾਣੇ ਜਾਂਦੇ ਹਨ।